ਪਿਆਰੇ ਅਤੇ ਸਤਿਕਾਰਯੋਗ ਦਰਸ਼ਕੋ, ਤਰਸੇਮ ਸਿੰਘ ਬੁੱਟਰਬੰਗੀ ਦੇ ਵੱਲੋਂ YouTube ਚੈਨਲ ਸੰਗਮ 1313 ਦੇ ਹਰਮਨ ਪਿਆਰੇ ਸਿਲਸਿਲੇ ਸਿੱਖਿਆ ਤੇ ਰੋਜ਼ਗਾਰ ਸੂਚਨਾ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਜੀ ਵੱਖ-ਵੱਖ ਸਰਕਾਰੀ ਖੇਤਰਾਂ ਦੇ ਵਿੱਚ ਖਾਲੀ ਪਈਆਂ ਅਸਾਮੀਆਂ ਦੇ ਬਾਰੇ। ਗੱਲ ਕਰਾਂਗੇ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਵਿਕਾਸ ਤੇ ਬਾਲ ਵਿਕਾਸ ਵਿਭਾਗ ਦੇ ਵਿੱਚ ਖਾਲੀ ਸੁਪਰਵਾਈਜ਼ਰਾਂ ਦੀਆਂ ਅਸਾਮੀਆਂ ਬਾਰੇ, ਤੇ ਨਾਲੋਂ ਨਾਲ ਤੁਹਾਨੂੰ ਜਾਣਕਾਰੀ ਦੇਵਾਂਗੇ ਪੰਜਾਬ ਗ੍ਰਾਮੀਣ ਬੈਂਕ ਦੇ ਵੱਲੋਂ ਪ੍ਰਕਾਸ਼ਿਤ ਆਫਿਸਰ ਸਕੇਲ 1, 2, 3 ਤੇ ਆਫਿਸ ਅਸਿਸਟੈਂਟ ਮਲਟੀਪਰਪਜ਼ ਦੀਆਂ ਅਸਾਮੀਆਂ ਦੇ ਬਾਰੇ। ਤੇ ਇਸ ਤੋਂ ਇਲਾਵਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਰਹੇਗੀ ਰੋਜ਼ਗਾਰ ਸੂਚਨਾ ਇੰਡੀਅਨ ਆਰਮੀ ਦੇ ਵੱਲੋਂ ਸੋਲਜਰ ਜਰਨਲ ਡਿਊਟੀ ਦੀਆਂ ਅਸਾਮੀਆਂ ਨੂੰ ਪੁਰ ਕਰਨ ਬਾਰੇ ਇਸ਼ਤਿਹਾਰ ਦੇ ਬਾਰੇ। ਸੋ ਸ਼ੁਰੂਆਤ ਕਰਦੇ ਹਾਂ ਜੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਵੱਲੋਂ। ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਵਾਸਤੇ 112 ਅਸਾਮੀਆਂ ਸੁਪਰਵਾਈਜ਼ਰਾਂ ਦੀਆਂ ਨੂੰ ਪੁਰ ਕਰਨ ਦੇ ਵਾਸਤੇ ਯੋਗ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ ਅਸਾਮੀਆਂ ਦੇ ਵਾਸਤੇ ਉਮੀਦਵਾਰਾਂ ਦੀ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤੇ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਨੇ ਇਹਨਾਂ ਵਿਸ਼ਿਆਂ ਦੇ ਵਿੱਚੋਂ ਇੱਕ ਵਿਸ਼ਾ ਲਾਜ਼ਮੀ ਪੜ੍ਹਿਆ ਹੋਵੇ। ਜਿਹੜੇ ਵਿਸ਼ਿਆਂ ਦਾ ਵੇਰਵਾ ਇਸ ਤਰ੍ਹਾਂ ਹੈ: ਹੋਮ ਸਾਇੰਸ, ਨਿਊਟ੍ਰੀਸ਼ਨ, ਚਾਈਲਡ ਡਿਵੈਲਪਮੈਂਟ, ਸਾਈਕੋਲੋਜੀ, ਇਕਨੋਮਿਕਸ, ਸੋਸ਼ਲ ਵਰਕ ਤੇ ਸੋਸ਼ੀਓਲੋਜੀ। ਇਹਨਾਂ ਅਸਾਮੀਆਂ ਦੇ ਵਾਸਤੇ ਉਹ ਮਹਿਲਾ ਉਮੀਦਵਾਰ ਵੀ ਯੋਗ ਹਨ ਜਿਨ੍ਹਾਂ ਨੇ ਗ੍ਰੈਜੂਏਸ਼ਨ ਤੇ ਗ੍ਰੈਜੂਏਸ਼ਨ ਤੋਂ ਬਾਅਦ ਉਹਨਾਂ ਦੇ ਕੋਲ ਬਾਲ ਸੇਵਕ ਜਾਂ ਗ੍ਰਾਮ ਸੇਵਕ ਜਾਂ ਫਿਰ ਆਂਗਣਵਾੜੀ ਵਰਕਰ ਵਜੋਂ 3 ਸਾਲ ਦਾ ਤਜਰਬਾ ਹੋਵੇਗਾ। ਸੁਪਰਵਾਈਜ਼ਰ ਦੀਆਂ ਇਹਨਾਂ ਅਸਾਮੀਆਂ ਦੇ ਵਾਸਤੇ 10ਵੀਂ ਦੇ ਵਿੱਚ ਪੰਜਾਬੀ ਵਿਸ਼ਾ ਪਾਸ ਕੀਤਾ ਹੋਣਾ ਚਾਹੀਦਾ ਹੈ। ਆਮ ਸ਼੍ਰੇਣੀਆਂ ਨਾਲ ਸੰਬੰਧਿਤ ਉਮੀਦਵਾਰਾਂ ਦੀ ਉਮਰ 18 ਤੋਂ 37 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ, ਜਦੋਂ ਕਿ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀਆਂ ਨਾਲ ਸੰਬੰਧਿਤ ਉਮੀਦਵਾਰਾਂ ਦੀ ਉੱਪਰਲੀ ਉਮਰ 42 ਸਾਲ ਤੋਂ ਵੱਧ ਨਾ ਹੋਵੇ। ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਉਮਰ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਬਾਕੀ ਸ਼੍ਰੇਣੀਆਂ ਨਾਲ ਸੰਬੰਧਿਤ ਉਮੀਦਵਾਰਾਂ ਦੀ ਉਮਰ ਨੂੰ ਪੰਜਾਬ ਸਰਕਾਰ ਦੀ ਰਾਖਵਾਂਕਰਨ ਨੀਤੀ ਦੇ ਅਨੁਸਾਰ ਉੱਪਰਲੀ ਉਮਰ ਸੀਮਾ ਦੇ ਵਿੱਚ ਛੋਟ ਦਿੱਤੀ ਜਾਵੇਗੀ। ਇਹਨਾਂ ਅਸਾਮੀਆਂ ਦੇ ਵਾਸਤੇ ਜੇਕਰ ਫੀਸ ਦੀ ਗੱਲ ਕਰੀਏ ਤਾਂ ਆਮ ਸ਼੍ਰੇਣੀ, ਸੁਤੰਤਰਤਾ ਸੰਗਰਾਮੀ ਤੇ ਖਿਡਾਰੀਆਂ ਨੂੰ 1000 ਰੁਪਏ ਫੀਸ ਅਦਾ ਕਰਨੀ ਪਵੇਗੀ, ਜਦੋਂ ਕਿ ਅਨੁਸੂਚਿਤ ਜਾਤੀ, ਪਛੜੀ ਸ਼੍ਰੇਣੀ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਅਪਲਾਈ ਕਰਨ ਲੱਗਿਆਂ 250 ਰੁਪਏ ਫੀਸ ਅਦਾ ਕਰਨੀ ਪਵੇਗੀ। ਇਹਨਾਂ ਅਸਾਮੀਆਂ ਦੇ ਵਾਸਤੇ ਜਿਹੜੇ ਵੀ ਮਹਿਲਾ ਉਮੀਦਵਾਰ ਨਿਰਧਾਰਤ ਯੋਗਤਾਵਾਂ ਪੂਰੀਆਂ ਕਰਦੇ ਨੇ ਤਾਂ ਉਹ ਆਨਲਾਈਨ ਅਪਲਾਈ ਕਰ ਸਕਦੇ ਨੇ। ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਹੈ 5 ਜੁਲਾਈ 2021। ਆਖਰੀ ਮਿਤੀ 5 ਜੁਲਾਈ 2021। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਲੌਗਇਨ ਕਰ ਸਕਦੇ ਹੋ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੀ ਵੈਬਸਾਈਟ, ਜਿਸ ਦਾ ਪਤਾ ਹੈ www.sssb.gov.in। ਅਗਲੀ ਰੋਜ਼ਗਾਰ ਸੂਚਨਾ ਉਹਨਾਂ ਨੌਜਵਾਨਾਂ ਦੇ ਵਾਸਤੇ ਹੈ ਜਿਹੜੇ ਕਿ ਬੈਂਕਿੰਗ ਖੇਤਰ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਨੇ। IBPS ਅਰਥਾਤ ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ ਦੇ ਵੱਲੋਂ ਪੰਜਾਬ ਗ੍ਰਾਮੀਣ ਬੈਂਕ ਤੇ ਹੋਰ ਖੇਤਰੀ ਗ੍ਰਾਮੀਣ ਬੈਂਕਾਂ ਦੇ ਵਿੱਚ ਭਰਤੀ ਕਰਨ ਦੇ ਵਾਸਤੇ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਸਾਂਝੀ ਲਿਖਤ ਪ੍ਰੀਖਿਆ ਦੇ ਵਾਸਤੇ ਆਫਿਸਰ ਸਕੇਲ 1, ਆਫਿਸਰ ਸਕੇਲ 2, ਆਫਿਸਰ ਸਕੇਲ 3 ਤੇ ਆਫਿਸ ਅਸਿਸਟੈਂਟ ਮਲਟੀਪਰਪਜ਼ ਦੀਆਂ ਅਸਾਮੀਆਂ ਪੁਰ ਕੀਤੀਆਂ ਜਾਣੀਆਂ ਨੇ। ਆਫਿਸਰ ਸਕੇਲ 1 ਅਰਥਾਤ ਅਸਿਸਟੈਂਟ ਮੈਨੇਜਰ ਦੀਆਂ ਅਸਾਮੀਆਂ ਦੇ ਵਾਸਤੇ ਜੇਕਰ ਆਪਾਂ ਗੱਲ ਕਰੀਏ ਤਾਂ ਉਮੀਦਵਾਰਾਂ ਦੀ ਉਮਰ 18 ਤੋਂ 30 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ, ਜਦੋਂ ਕਿ ਆਫਿਸਰ ਸਕੇਲ 2 ਦੀਆਂ ਅਸਾਮੀਆਂ ਦੇ ਵਾਸਤੇ ਉਮੀਦਵਾਰਾਂ ਦੀ ਉਮਰ 21 ਤੋਂ 32 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਆਫਿਸਰ ਸਕੇਲ 3 ਅਰਥਾਤ ਸੀਨੀਅਰ ਮੈਨੇਜਰ ਦੀਆਂ ਅਸਾਮੀਆਂ ਦੇ ਵਾਸਤੇ ਉਮੀਦਵਾਰਾਂ ਦੀ ਉਮਰ 21 ਤੋਂ 40 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ, ਜਦੋਂ ਕਿ ਆਫਿਸ ਅਸਿਸਟੈਂਟ ਮਲਟੀਪਰਪਜ਼ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ 18 ਤੋਂ 28 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਤੇ ਇਹਨਾਂ ਸਾਰੀਆਂ ਅਸਾਮੀਆਂ ਦੇ ਵਿੱਚੋਂ ਜੇਕਰ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲਿਆਂ ਨਾਲ ਸੰਬੰਧਿਤ ਉਮੀਦਵਾਰਾਂ ਦੀ ਉਮਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਉੱਪਰਲੀ ਉਮਰ 5 ਸਾਲ ਦੀ ਛੋਟ ਦਿੱਤੀ ਜਾਵੇਗੀ, ਜਦੋਂ ਕਿ ਪਛੜੀ ਸ਼੍ਰੇਣੀ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਚੋਣ ਕਰਨ ਲੱਗਿਆਂ ਉੱਪਰਲੀ ਉਮਰ ਦੇ ਵਿੱਚੋਂ 3 ਸਾਲ ਤੱਕ ਛੋਟ ਦਿੱਤੀ ਜਾਣੀ ਹੈ। ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਦਿਵਿਆਂਗ ਸ਼੍ਰੇਣੀ ਨਾਲ ਸੰਬੰਧਿਤ ਉਮੀਦਵਾਰਾਂ ਦੀ ਤਾਂ ਉਹਨਾਂ ਨੂੰ ਉੱਪਰਲੀ ਉਮਰ ਸੀਮਾ ਦੇ ਵਿੱਚ 10 ਸਾਲ ਤੱਕ ਛੋਟ ਦਿੱਤੀ ਜਾਣੀ ਹੈ। ਤਾਂ IBPS ਵੱਲੋਂ ਗ੍ਰਾਮੀਣ ਬੈਂਕਾਂ ਦੇ ਵਿੱਚ ਭਰਤੀ ਕਰਨ ਵਾਸਤੇ ਇਸ ਸਾਂਝੀ ਲਿਖਤ ਪ੍ਰੀਖਿਆ ਲਈ ਜੇਕਰ ਆਫਿਸਰ ਸਕੇਲ 1 ਦੀ ਗੱਲ ਕਰੀਏ ਤਾਂ ਇਹਨਾਂ ਅਸਾਮੀਆਂ ਦੇ ਵਾਸਤੇ
ਉਮੀਦਵਾਰਾਂ ਦੀ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਉਹਨਾਂ ਦੇ ਕੋਲ ਸਥਾਨਕ ਭਾਸ਼ਾ ਦੇ ਵਿੱਚ ਮਹਾਰਤ, ਸਥਾਨਕ ਭਾਸ਼ਾ ਤੋਂ ਭਾਵ ਜਿਹੜੇ ਉਮੀਦਵਾਰ ਪੰਜਾਬ ਨਾਲ ਸੰਬੰਧਿਤ ਨੇ ਤੇ ਪੰਜਾਬ ਗ੍ਰਾਮੀਣ ਬੈਂਕ ਦੇ ਵਾਸਤੇ ਚੁਣੇ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਪੰਜਾਬੀ ਭਾਸ਼ਾ ਦੇ ਉੱਤੇ ਪਕੜ ਹੋਣੀ ਚਾਹੀਦੀ ਹੈ ਤੇ ਨਾਲੋਂ ਨਾਲ ਲੋੜੀਂਦਾ ਕੰਪਿਊਟਰ ਸੰਬੰਧੀ ਗਿਆਨ ਵੀ ਹੋਣਾ ਚਾਹੀਦਾ ਹੈ। ਜੇਕਰ ਆਪਾਂ ਗੱਲ ਕਰੀਏ ਆਫੀਸਰ ਸਕੇਲ 2 ਅਰਥਾਤ ਮੈਨੇਜਰ ਦੀਆਂ ਅਸਾਮੀਆਂ ਦੇ ਵਾਸਤੇ, ਤਾਂ ਇਹਨਾਂ ਅਸਾਮੀਆਂ ਦੇ ਵਾਸਤੇ ਉਮੀਦਵਾਰਾਂ ਦੀ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ ਜਿਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਖੇਤੀਬਾੜੀ, ਬਾਗਬਾਨੀ, ਜੰਗਲਾਤ, ਪਸ਼ੂ ਪਾਲਣ, ਸੂਚਨਾ ਤਕਨੋਲੋਜੀ, ਮੈਨੇਜਮੈਂਟ, ਲਾ, ਅਰਥ ਸ਼ਾਸਤਰ, ਅਕਾਊਂਟੈਂਸੀ ਵਿੱਚੋਂ ਕਿਸੇ ਇੱਕ ਦੇ ਵਿੱਚ ਕੀਤੀ ਹੋਵੇਗੀ। ਜੇਕਰ ਆਪਾਂ ਗੱਲ ਕਰੀਏ ਆਫੀਸਰ ਸਕੇਲ 3 ਦੀਆਂ ਅਸਾਮੀਆਂ ਦੇ ਵਾਸਤੇ, ਤਾਂ ਇਹਨਾਂ ਅਸਾਮੀਆਂ ਦੇ ਵਾਸਤੇ ਵੀ ਉਮੀਦਵਾਰਾਂ ਦੀ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਤੇ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਦੇ ਘੱਟੋ ਘੱਟ 50% ਅੰਕ ਹੋਣੇ ਚਾਹੀਦੇ ਨੇ। ਤਾਂ ਇਹਨਾਂ ਅਸਾਮੀਆਂ ਦੇ ਵਾਸਤੇ ਉਮੀਦਵਾਰਾਂ ਨੇ ਆਨਲਾਈਨ ਅਪਲਾਈ ਕਰਨਾ ਹੋਵੇਗਾ ਔਰ ਇਹਨਾਂ ਅਸਾਮੀਆਂ ਦੇ ਵਾਸਤੇ ਉਮੀਦਵਾਰਾਂ ਨੂੰ ਲਿਖਤ ਪ੍ਰੀਖਿਆ ਮੁੱਢਲੀ ਤੇ ਲਿਖਤ ਪ੍ਰੀਖਿਆ ਮੇਨ ਦੇ ਵਿੱਚੋਂ ਗੁਜ਼ਰਨਾ ਪਵੇਗਾ, ਜਦੋਂ ਕਿ ਆਫੀਸਰ ਸਕੇਲ ਦੀਆਂ ਅਸਾਮੀਆਂ ਦੇ ਵਾਸਤੇ ਲਿਖਤ ਪ੍ਰੀਖਿਆ ਤੋਂ ਬਾਅਦ ਉਮੀਦਵਾਰਾਂ ਦੀ ਇੰਟਰਵਿਊ ਵੀ ਹੋਵੇਗੀ। ਉਹ ਉਮੀਦਵਾਰ ਜਿਹੜੇ ਕਿ SC, ST ਜਾਂ PWD ਸ਼੍ਰੇਣੀਆਂ ਨਾਲ ਸੰਬੰਧਿਤ ਹਨ ਉਹਨਾਂ ਨੂੰ 175 ਰੁਪਏ, ਜਦੋਂ ਕਿ ਬਾਕੀ ਸਾਰੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਉਮੀਦਵਾਰਾਂ ਨੂੰ 850 ਰੁਪਏ ਫੀਸ ਅਦਾ ਕਰਨੀ ਹੋਵੇਗੀ। ਤਾਂ IBPS ਅਰਥਾਤ ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ ਦੇ ਵੱਲੋਂ ਸਾਂਝੀ ਲਿਖਤ ਪ੍ਰੀਖਿਆ ਦੇ ਵਾਸਤੇ ਗ੍ਰਾਮੀਣ ਬੈਂਕਾਂ ਦੇ ਲਈ ਇਹਨਾਂ ਵੱਖ-ਵੱਖ ਅਸਾਮੀਆਂ ਨੂੰ ਪੁਰ ਕਰਨ ਦੇ ਵਾਸਤੇ ਆਖਰੀ ਮਿਤੀ ਆਨਲਾਈਨ ਅਪਲਾਈ ਕਰਨ ਦੇ ਵਾਸਤੇ ਜੋ ਨਿਰਧਾਰਿਤ ਕੀਤੀ ਗਈ ਹੈ ਉਹ ਹੈ ਜੀ 28 ਜੂਨ 2021 ਤੇ ਵਧੇਰੇ ਜਾਣਕਾਰੀ ਵਾਸਤੇ ਨੌਜਵਾਨ ਸਾਥੀਓ ਤੁਸੀਂ ਲੌਗਇਨ ਕਰ ਸਕਦੇ ਹੋ IBPS ਦੀ ਵੈਬਸਾਈਟ ਜਿਸ ਦਾ ਪਤਾ ਹੈ www.ibps.in। ਤੀਸਰਾ ਇਸ਼ਤਿਹਾਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੋ ਕਿ ਇੰਡੀਅਨ ਆਰਮੀ ਅਰਥਾਤ ਭਾਰਤੀ ਸੈਨਾ ਵੱਲੋਂ ਹੈ। ਭਾਰਤੀ ਸੈਨਾ ਵੱਲੋਂ ਸੋਲਜਰ ਜਨਰਲ ਡਿਊਟੀ ਵਾਸਤੇ ਵਿਮਨ ਮਿਲਟਰੀ ਪੁਲਿਸ ਦੇ ਵਾਸਤੇ ਯੋਗ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਤਾਂ ਇਹਨਾਂ ਅਸਾਮੀਆਂ ਦੀ ਗਿਣਤੀ ਕੁੱਲ ਹੈ 100 ਤੇ ਇਹ ਅਸਾਮੀਆਂ ਦੇ ਵਾਸਤੇ ਜੇਕਰ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਮਹਿਲਾ ਉਮੀਦਵਾਰਾਂ ਨੇ 10ਵੀਂ ਘੱਟੋ ਘੱਟ 45% ਅੰਕਾਂ ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ ਜੇਕਰ ਇਹ ਗ੍ਰੇਡ ਸਿਸਟਮ ਦੇ ਵਿੱਚ ਪਾਸ ਕੀਤੀ ਹੈ ਤਾਂ D ਤੋਂ ਘੱਟ ਗ੍ਰੇਡ ਨਹੀਂ ਹੋਣਾ ਚਾਹੀਦਾ ਤੇ ਸਾਰੇ ਵਿਸ਼ਿਆਂ ਦੇ ਵਿੱਚ ਘੱਟੋ ਘੱਟ 33% ਅੰਕ ਹੋਣੇ ਚਾਹੀਦੇ ਨੇ। ਭਾਰਤੀ ਸੈਨਾ ਵੱਲੋਂ ਪ੍ਰਕਾਸ਼ਿਤ ਸੋਲਜਰ ਜਨਰਲ ਡਿਊਟੀ ਮਹਿਲਾ ਦੀਆਂ ਇਹਨਾਂ ਅਸਾਮੀਆਂ ਦੇ ਵਾਸਤੇ ਜੇਕਰ ਉਮਰ ਦੀ ਗੱਲ ਕਰੀਏ ਤਾਂ ਉਮਰ 17.5 ਤੋਂ 21 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਦੂਸਰੇ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਉਮੀਦਵਾਰਾਂ ਦਾ ਜਨਮ 1/10/2000 ਤੋਂ 1/4/2004 ਦੇ ਦਰਮਿਆਨ ਹੋਇਆ ਹੋਣਾ ਚਾਹੀਦਾ ਹੈ। ਜੇਕਰ ਸਰੀਰਕ ਮਾਪਦੰਡ ਦੀ ਗੱਲ ਕਰੀਏ ਤਾਂ ਕੱਦ 152 ਸੈਂਟੀਮੀਟਰ ਤੋਂ ਘੱਟ ਨਹੀਂ ਹੋਣਾ ਚਾਹੀਦਾ। ਤਾਂ ਇਹਨਾਂ ਅਸਾਮੀਆਂ ਦੇ ਵਾਸਤੇ ਉਮੀਦਵਾਰਾਂ ਨੂੰ ਫਿਜ਼ੀਕਲ ਫਿਟਨੈਸ ਟੈਸਟ ਜਿਸ ਦੇ ਤਹਿਤ 1.6 ਕਿਲੋਮੀਟਰ ਦੌੜ 7.5 ਮਿੰਟਾਂ ਦੇ ਵਿੱਚ ਪੂਰੀ ਕਰਨੀ ਹੋਵੇਗੀ ਤੇ ਇਹਦੇ ਨਾਲ ਫਿਜ਼ੀਕਲ ਫਿਟਨੈਸ ਟੈਸਟ ਦੇ ਵਿੱਚ 10 ਫੁੱਟ ਲੰਬੀ ਛਾਲ ਤੇ 3 ਫੁੱਟ ਉੱਚੀ ਛਾਲ ਲਾਉਣੀ ਹੋਵੇਗੀ। ਤਾਂ ਜੇਕਰ ਇਹਨਾਂ ਅਸਾਮੀਆਂ ਨੂੰ ਪੁਰ ਕਰਨ ਦੇ ਵਾਸਤੇ ਵੱਖ-ਵੱਖ ਪੜਾਵਾਂ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਦਾ ਫਿਜ਼ੀਕਲ ਫਿਟਨੈਸ ਟੈਸਟ, ਉਮੀਦਵਾਰਾਂ ਦੀ ਲਿਖਤ ਪ੍ਰੀਖਿਆ ਤੇ ਮੈਡੀਕਲ ਪ੍ਰੀਖਿਆ ਦੇ ਵਿੱਚੋਂ ਉਹਨਾਂ ਨੂੰ ਗੁਜ਼ਰਨਾ ਪਵੇਗਾ। ਤਾਂ ਇਹਨਾਂ ਅਸਾਮੀਆਂ ਦੇ ਵਾਸਤੇ ਜੇਕਰ ਲਿਖਤ ਪ੍ਰੀਖਿਆ ਕੇਂਦਰਾਂ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਿਖਤ ਪ੍ਰੀਖਿਆ ਕੇਂਦਰਾਂ ਦੀ ਸਥਾਪਨਾ ਕੀਤੀ ਜਾਣੀ ਹੈ ਔਰ ਜਿਸ ਦੇ ਵਿੱਚ ਅੰਬਾਲਾ, ਲਖਨਊ, ਜਬਲਪੁਰ, ਪੂਨੇ, ਸ਼ਿਲੌਂਗ ਤੇ ਬੇਲਗਾਮ ਹੈ। ਤੇ ਸਾਡੇ ਨੇੜੇ ਦੀ ਗੱਲ ਕਰੀਏ ਤਾਂ ਸਭ ਤੋਂ ਨੇੜੇ ਸਾਨੂੰ ਪ੍ਰੀਖਿਆ ਕੇਂਦਰ ਅੰਬਾਲਾ ਰਹੇਗਾ। ਤਾਂ ਜੇਕਰ ਲਿਖਤ ਪ੍ਰੀਖਿਆ ਦੇ ਵਿੱਚ ਛੋਟ ਦੀ ਗੱਲ ਕਰੀਏ ਤਾਂ ਉਹ ਮਹਿਲਾ ਉਮੀਦਵਾਰ ਜਿਨ੍ਹਾਂ ਦੇ ਕੋਲੇ NCC ਦੇ ਵਿੱਚ A ਸਰਟੀਫਿਕੇਟ ਹੋਵੇਗਾ ਉਹਨਾਂ ਨੂੰ 5 ਲਿਖਤ ਪ੍ਰੀਖਿਆ ਦੇ ਵਿੱਚ ਵਾਧੂ ਅੰਕ ਦਿੱਤੇ ਜਾਣੇ ਆ। ਜਿਨ੍ਹਾਂ ਦੇ ਕੋਲੇ NCC ਦਾ B ਸਰਟੀਫਿਕੇਟ ਹੋਵੇਗਾ ਉਹਨਾਂ ਨੂੰ 10 ਅੰਕ ਤੇ ਜਿਨ੍ਹਾਂ ਦੇ ਕੋਲ NCC ਦੇ ਵਿੱਚ C ਸਰਟੀਫਿਕੇਟ ਹੋਵੇਗਾ ਉਹਨਾਂ ਨੂੰ ਮੁਕੰਮਲ ਲਿਖਤ ਪ੍ਰੀਖਿਆ ਤੋਂ ਛੋਟ ਦਿੱਤੀ ਜਾਣੀ ਹੈ। ਸੋ ਇਹਨਾਂ ਅਸਾਮੀਆਂ ਦੇ ਵਾਸਤੇ ਸਾਰੇ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਇੰਡੀਅਨ ਆਰਮੀ ਦੀ ਵੈਬਸਾਈਟ ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਰਜਿਸਟ੍ਰੇਸ਼ਨ ਕਰਾਉਣ ਦੀ ਆਖਰੀ ਮਿਤੀ ਹੈ 20 ਜੁਲਾਈ। ਇਹਨਾਂ ਅਸਾਮੀਆਂ ਦੇ ਬਾਬਤ ਹੋਰ ਵਧੇਰੇ ਜਾਣਕਾਰੀ ਲੈਣ ਦੇ ਲਈ ਤੇ ਆਨਲਾਈਨ ਰਜਿਸਟ੍ਰੇਸ਼ਨ ਕਰਾਉਣ ਦੇ ਲਈ
ਤੁਸੀਂ ਲੌਗਇਨ ਕਰ ਸਕਦੇ ਹੋ ਇੰਡੀਅਨ ਆਰਮੀ ਦੀ ਵੈਬਸਾਈਟ, ਜਿਸ ਦਾ ਪਤਾ ਹੈ www.joinindianarmy.gov.in। ਤੁਹਾਡੀ ਜਾਣਕਾਰੀ ਲਈ ਵੈਬਸਾਈਟ ਦਾ ਪਤਾ ਇੱਕ ਵਾਰੀ ਫਿਰ ਦੁਹਰਾਉਂਦੇ ਹਾਂ, www.joinindianarmy.gov.in। ਸੋ ਪਿਆਰੇ ਅਤੇ ਸਤਿਕਾਰਯੋਗ ਨੌਜਵਾਨ ਸਾਥੀਓ, ਮੈਨੂੰ ਆਸ ਹੈ, ਉਮੀਦ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕੀਤੀਆਂ ਗਈਆਂ ਇਹ ਰੋਜ਼ਗਾਰ ਸੂਚਨਾਵਾਂ ਤੁਹਾਡੇ ਕੰਮ ਆਉਣਗੀਆਂ। ਤੇ ਜੇਕਰ ਇਹ ਤੁਹਾਡੇ ਕੰਮ ਦੀਆਂ ਨੇ ਤਾਂ ਜ਼ਰੂਰ ਇਹਨਾਂ ਦੇ ਉੱਤੇ ਗੌਰ ਫਰਮਾਉਣਾ। ਤੇ ਜੇਕਰ ਤੁਹਾਨੂੰ ਇਉਂ ਲੱਗਦਾ ਹੈ ਕਿ ਤੁਹਾਡੇ ਰਿਸ਼ਤੇਦਾਰੀ ਚੋਂ ਜਾਂ ਤੁਹਾਡੇ ਗਲੀ ਗੁਆਂਢ ਦੇ ਵਿੱਚੋਂ ਜਾਂ ਤੁਹਾਡੇ ਕੋਈ ਦੋਸਤ ਦੇ ਵਿੱਚੋਂ ਜਾਂ ਤੁਹਾਡਾ ਕੋਈ ਜਾਣ ਪਛਾਣ ਦਾ ਵਿਅਕਤੀ ਇਹਨਾਂ ਅਸਾਮੀਆਂ ਦੇ ਵਾਸਤੇ ਨਿਰਧਾਰਤ ਸਾਰੀਆਂ ਯੋਗਤਾਵਾਂ ਜਾਂ ਸ਼ਰਤਾਂ ਪੂਰੀਆਂ ਕਰਦਾ ਹੈ, ਤਾਂ ਇਹ ਵੀਡੀਓ ਕਿਰਪਾ ਕਰਕੇ ਉਹਨਾਂ ਦੇ ਨਾਲ ਜ਼ਰੂਰ ਸਾਂਝੀ ਕਰਨੀ। ਅਗਲੇ ਅੰਕ ਦੇ ਵਿੱਚ ਹੋਰ ਰੋਜ਼ਗਾਰ ਸੂਚਨਾਵਾਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਮੇਰੇ ਵੱਲੋਂ ਤੁਹਾਡੇ ਸੁਨਹਿਰੀ ਭਵਿੱਖ ਦੇ ਲਈ ਬਹੁਤ ਬਹੁਤ ਦੁਆਵਾਂ, ਸ਼ੁਭ ਕਾਮਨਾਵਾਂ। ਧੰਨਵਾਦ, ਮਿਹਰਬਾਨੀ, ਸ਼ੁਕਰੀਆ।